ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਸਾ ਮਹੱਲਾ ਪਹਿਲਾ। ਕਿਆ ਜੰਗਲ ਢੂਢੀ ਜਾਏ, ਮੈਂ ਘਰ ਬਨ ਹਰਿਆਵਲਾ। ਜਿਗਿਆਸੂ ਜਨ ਦਾ ਸਵਾਲ ਹੈ ਕਿ ਹੇ ਮਹਾਰਾਜ ਜੀ, ਕੀ ਮਹਾਰਾਜ ਪਰਮੇਸ਼ਰ ਦੀ ਪ੍ਰਾਪਤੀ ਜੰਗਲਾਂ ਵਿੱਚ ਵਾਸਾ ਕਰਨ 'ਤੇ ਹੀ ਹੁੰਦੀ ਹੋਵੇਗੀ। ਸੋ ਇਸ ਪਾਵਨ ਸ਼ਬਦ ਰਾਹੀਂ, ਇਸ ਪਾਵਨ ਪੰਕਤੀ ਰਾਹੀਂ ਸਤਿਗੁਰੂ ਉੱਤਰ ਬਖਸ਼ਿਸ਼ ਕਰ ਰਹੇ ਹਨ ਕਿ ਕਿਆ ਜੰਗਲ ਢੂਢੀ ਜਾਏ, ਮੈਂ ਘਰ ਬਨ ਹਰਿਆਵਲਾ। ਹੇ ਭਾਈ, ਜੰਗਲ ਵਿੱਚ ਜਾ ਕੇ ਕੀ ਖੋਜੀਏ। ਬੀਆਬਾਨ, ਮਧੂਬਨ, ਬਿੰਦਰਾਬਨ ਇਤਿਆਦਿਕ ਵਿੱਚ ਜਾਂ ਸੰਸਾਰ ਰੂਪ ਉਜਾੜ ਵਿੱਚ ਜਾ ਕੇ ਕੀ ਭਾਲੀਏ, ਕੀ ਢੂੰਡੀਏ। ਮੈਨੂੰ ਤਾਂ ਸਤਸੰਗਤ ਰੂਪੀ ਗ੍ਰਹਿ ਦੇ ਅੰਦਰ ਹੀ ਸ਼ੁਭ ਗੁਣਾਂ ਦਾ ਬਨ ਬਗੀਚਾ ਹਰਿਆਵਲਾ, ਹਰਿਆਵਲਤਾ ਸਹਿਤ ਪ੍ਰਾਪਤ ਹੋ ਰਿਹਾ ਹੈ। ਸੱਚ ਟਿਕੈ ਘਰ ਆਏ, ਸ਼ਬਦ ਉਤਾਵਲਾ। ਇਸ ਕਰਕੇ ਗੁਰਾਂ ਦੇ ਉਪਦੇਸ਼ ਦੀ ਕਮਾਈ ਉਤਾਵਲਾ ਹੁੰਦਾ ਕਾਹਲੀ ਛੇਤੀ ਨਾਲ ਕਾਹਲਾ ਬਣ ਕੇ ਸਤਸੰਗਤ ਵਿੱਚ ਕਮਾਈ ਕਰੇ, ਫਿਰ ਹੀ ਘਰ ਹਿਰਦੇ ਦੇ ਅੰਦਰ ਸੱਚੇ ਨਾਮ ਵਿੱਚ ਆ ਕਰਕੇ ਬਿਰਤੀ ਟਿਕੈ ਕਹੀਏ ਸਥਿਤ ਹੁੰਦੀ ਹੈ। ਜਹ ਦੇਖਾ ਤਹ ਸੋਏ ਅਵਰ ਨ ਜਾਣੀਐ। ਫਿਰ ਜਿੱਥੇ ਵੇਖੀਏ ਉਸ ਪਾਸੇ ਉਹ ਪਰਮੇਸ਼ਵਰ ਵਾਹਿਗੁਰੂ ਹੀ ਆਪ ਹੀ ਪ੍ਰਗਟ ਰੂਪ ਵਿੱਚ ਨਜ਼ਰ ਆਉਂਦਾ ਹੈ। ਉਸ ਤੋਂ ਬਿਨਾਂ ਅਵਰ ਅਸਥਾਨ ਵਿੱਚ ਹੋਰ ਕੋਈ ਵੀ ਦੂਸਰਾ ਜਾਣਿਆ ਨਹੀਂ ਜਾਂਦਾ। ਗੁਰ ਕੀ ਕਾਰ ਕਮਾਏ, ਮਹਿਲ ਪਛਾਣੀਐ ਰਹਾਉ। ਸਤਿਗੁਰਾਂ ਦੀ ਦਸੀ ਹੋਈ ਭਗਤੀ ਰੂਪੀ ਕਾਰ ਨੂੰ ਕਮਾ ਕਰਕੇ ਮਹਿਲ ਸਰੂਪ ਤੁਰਿਆ ਪਦ ਰੂਪੀ ਮਹੱਲ ਨੂੰ ਪਛਾਣ ਲਈਦਾ ਹੈ। ਰਹਾਉ ਵਿਸਰਾਮ ਦੇ ਕੇ ਸਤਿਗੁਰੂ ਕਹਿੰਦੇ ਹਨ, ਆਪ ਮਿਲਾਵੈ ਸੱਚ ਤਾ ਮਨ ਭਾਵਈ। ਜਦੋਂ ਗੁਰਾਂ ਦੁਆਰਾ ਆਪ ਹੀ ਸੱਚੇ ਪਾਤਸ਼ਾਹ ਸੱਚੇ ਨਾਮ ਨਾਲ ਮਿਲਾਵੈ ਕਹੀਏ ਮਿਲਾਪ ਕਰਵਾ ਦਿੰਦਾ ਹੈ, ਤਾਂ ਮਨ ਹਿਰਦੇ ਵਿੱਚ ਸੱਚੇ ਨਾਮ ਦੀ ਭਾਵਈ ਭਾਵਨਾ ਹੁੰਦੀ ਹੈ। ਮਨ ਵਿੱਚ ਸੱਚਾ ਭਾਵ ਹੀ ਭਾ ਜਾਂਦਾ ਹੈ। ਪਰਮੇਸ਼ਵਰ ਵਾਹਿਗੁਰੂ ਦੇ ਨਾਮ ਵਿੱਚ ਭਾਵਈ ਕਹੀਏ ਚੰਗੇ ਲੱਗੀਦਾ ਹੈ। ਚੱਲੈ ਸਦਾ ਰਜਾਏ ਅੰਕ ਸਮਾਵਈ। ਪਰਮੇਸ਼ਰ ਦੀ ਰਜਾਏ ਆਗਿਆ ਵਿੱਚ ਸਦਾ ਹਮੇਸ਼ਾ ਹੀ ਚੱਲਣਾ ਕਰੀਏ, ਭਾਣਾ ਮੰਨੀਏ, ਤਾਂ ਉਸਦੇ ਅੰਕ ਸਰੂਪ ਪ੍ਰੇਮ ਵਿੱਚ ਸਮਾਵਈ ਸਮਾ ਜਾਈਦਾ ਹੈ। ਸੱਚਾ ਸਾਹਿਬ ਮਨ ਵਸੈ, ਵਸਿਆ ਮਨ ਸੋਈ। ਜਿਨ੍ਹਾਂ ਦੇ ਸੱਚਾ ਸਾਹਿਬ ਮਾਲਕ ਪਰਮੇਸ਼ਰ ਵਾਹਿਗੁਰੂ ਹਿਰਦੇ ਵਿੱਚ ਵਸ ਜਾਂਦਾ ਹੈ, ਉਸ ਦਾ ਮਨ ਹਿਰਦਾ ਸ਼ੁਭ ਗੁਣਾਂ ਨਾਲ ਵਸਿਆ ਹੋਇਆ ਸਮਝੋ। ਬਾਕੀ ਸਾਰੇ ਉਜੜੇ ਹੀ ਫਿਰਦੇ ਹਨ, ਭਾਵ ਬਾਕੀ ਵਸਦਿਆਂ ਦੀ ਗਿਣਤੀ ਵਿੱਚ ਨਹੀਂ ਹਨ। ਜਿਨ੍ਹਾਂ ਦਾ ਮਨ ਸਾਧ ਸੰਗਤ ਵਿੱਚ ਵਸਿਆ, ਉਹਨਾਂ ਦੇ ਮਨ ਵਿੱਚ ਸੱਚਾ ਸਾਹਿਬ ਮਾਲਕ ਆ ਕੇ ਵਸਦਾ। ਉਹੀ ਮਨ ਸ਼ੁਭ ਗੁਣਾਂ ਕਰਕੇ ਵਸਿਆ ਹੋਇਆ। ਬਾਕੀ ਸਾਰੇ ਕਾਮ ਕ੍ਰੋਧ ਆਦਿ ਦੇ ਉਜਾੜੇ ਹੋਏ ਆ। ਆਪੇ ਦੇ ਵਡਿਆਈਆ ਦੇ ਤੋਟ ਨ ਹੋਈ। ਜਿਨ੍ਹਾਂ ਨੂੰ ਆਪ ਹੀ ਸੱਚੇ ਪਾਤਸ਼ਾਹ ਨਾਮ ਦੀਆਂ ਵਡਿਆਈਆਂ ਬਖਸ਼ ਦਿੰਦਾ ਹੈ, ਦਾਤਾਂ ਦਿੰਦਿਆਂ ਉਸ ਨੂੰ ਤੋਟ ਘਾਟਾ ਨਹੀਂ ਹੋਈ ਕਹੀਏ ਹੁੰਦਾ। ਵਡਿਆਈਆਂ ਪਾ ਕੇ ਉਹਨਾਂ ਨੂੰ ਤੋਟ ਕਹੀਏ ਘਾਟਾ ਨਹੀਂ ਹੁੰਦਾ। ਉਹ ਆਪ ਨਾਮ ਜਪਦੇ ਤੇ ਹੋਰਨਾਂ ਪਾਸੋਂ ਜਪਾਉਂਦੇ ਹਨ। ਅਬੇ ਤਬੇ ਕੀ ਚਾਕਰੀ ਕਿਉ ਦਰਗਹਿ ਪਾਵੈ। ਅਬੇ ਤਬੇ ਬੋਲਾ ਬੋਲਣਾ, ਭਾਵ ਐਰੇ ਗਹਿਰੇ ਬੁਰੇ ਭਲੇ ਬਚਨ ਕਹਿਣ ਵਾਲੇ ਦੀ ਚਾਕਰੀ ਨੌਕਰੀ ਕਰਨ ਵਾਲਾ ਪੁਰਖ ਸੱਚਖੰਡ ਰੂਪੀ ਦਰਗਾਹ ਨੂੰ ਕਿਵੇਂ ਪਾ ਸਕੇਗਾ, ਭਾਵ ਨਹੀਂ ਪਾ ਸਕੇਗਾ। ਦੇਵੀ ਦੇਵਤਿਆਂ ਦੀ ਚਾਕਰੀ ਨੌਕਰੀ ਕਰਨ ਵਾਲਾ ਪੁਰਖ ਦਰ ਜੋ ਦਰ ਅੰਦਰ ਤੁਰਿਆ ਪਦ ਰੂਪੀ ਗਹਿ ਜਗ੍ਹਾ ਹੈ, ਉਸ ਨੂੰ ਕਿਵੇਂ ਪਾਵੇਗਾ, ਭਾਵ ਨਹੀਂ ਪਾ ਸਕੇਗਾ। ਪੱਥਰ ਕੀ ਬੇੜੀ ਜੇ ਚੜ੍ਹੈ ਭਰ ਨਾਲ ਬੁਢਾਵੈ। ਜਿਹੜੇ ਪੱਥਰਾਂ ਦੀਆਂ ਮੂਰਤਾਂ ਦੀ ਪੂਜਾ ਕਰਦੇ ਹਨ, ਉਹਨਾਂ ਬਾਬਤ ਕਹਿੰਦੇ ਹਨ ਕਿ ਜੇਕਰ ਕੋਈ
ਪੱਥਰ ਪਾਹਾਂ ਦੀ ਬੇੜੀ ਕਿਸ਼ਤੀ ਵਿੱਚ ਚੜ੍ਹ ਜਾਵੇ ਤਾਂ ਕਿਸ਼ਤੀ ਉੱਥੇ ਹੀ ਭਰ ਨਾਲ ਸਮੁੰਦਰ ਦੇ ਕਿਨਾਰੇ ਹੀ ਬੁਢਾਵੇ ਡੁੱਬ ਜਾਂਦੀ ਆ, ਭਾਵ ਅੱਗੇ ਨਹੀਂ ਤੁਰਦੀ। ਆ ਪੰਨੜਾ ਮਨ ਵੇਚੀਐ ਸਿਰ ਦੀਜੈ ਨਾਲੇ। ਗੁਰੂ ਸਾਹਿਬ ਸੱਚੇ ਪਾਤਸ਼ਾਹ ਨੂੰ ਆਪਣਾ ਮਨ ਅੰਤਿਸ਼ ਕਰਨ ਵੇਚ ਦਈਏ ਅਤੇ ਨਾਲੇ ਨਾਲ ਹੀ ਆਪਣਾ ਹੰਕਾਰ ਰੂਪੀ ਸਿਰ ਵੀ ਦੇਣਾ ਕਰੀਏ। ਸਤ ਸੰਗਤ ਵਿੱਚ ਆ ਪੰਨੜਾ ਆਪਣਾ ਮਨ ਵੇਚ ਦਈਏ ਅਤੇ ਹੰਕਾਰ ਰੂਪੀ ਸਿਰ ਵੀ ਨਾਲੇ ਸਾਥ ਹੀ ਦੇਣਾ ਕਰੀਏ। ਗੁਰਮੁਖ ਵਸਤ ਪਛਾਣੀਐ ਆਪਣਾ ਘਰ ਭਾਲੇ। ਇਸ ਪ੍ਰਕਾਰ ਗੁਰਮੁਖ ਬਣ ਕੇ ਗੁਰਾਂ ਦੁਆਰਾ ਆਤਮਾ ਆਨੰਦ ਰੂਪੀ ਵਸਤੂ ਨੂੰ ਪਹਿਚਾਣ ਲਈਏ ਅਤੇ ਆਪਣੇ ਸਤ ਸਰੂਪ ਰੂਪੀ ਘਰ ਦੀ ਭਾਲੇ ਖੋਜ ਕਰੀਏ। ਜੰਮਣ ਮਰਣਾ ਆਖੀਐ ਤਿਨ ਕਰਤੈ ਕੀਆ। ਹੇ ਭਾਈ, ਜੋ ਜੰਮਣ ਜਨਮ ਤੋਂ ਲੈ ਕੇ ਆਉਣਾ ਤੇ ਮਰਨਾ ਮਰ ਕੇ ਜਾਣਾ ਲੋਕਾਂ ਵਿੱਚ ਕਹੀਦਾ ਹੈ, ਇਹ ਤਿੰਨ ਉਸ ਕਰਤੈ ਰਚਨਹਾਰ ਕਰਤਾਰ ਵਾਹਿਗੁਰੂ ਜੀ ਨੇ ਹੀ ਪੈਦਾ ਕੀਤਾ ਹੈ। ਆਪ ਗਵਾਇਆ ਮਰ ਰਹੇ ਫਿਰ ਮਰਨ ਨ ਥੀਆ। ਜਿਨ੍ਹਾਂ ਨੇ ਪਹਿਲਾਂ ਆਪਾ ਭਾਵ ਹੰਕਾਰ ਗਵਾ ਦਿੱਤਾ, ਭਾਵ ਸਿਮਰਨ ਕਰਕੇ ਦੇਹ ਦੀ ਹੰਗਤਾ ਨਹੀਂ ਰੱਖੀ, ਉਹ ਜੀਵਤ ਭਾਵ ਤੋਂ ਮਰ ਰਹੇ ਹਨ। ਉਹ ਤਾਂ ਮਰ ਰਹੇ ਮਰਨ ਤੋਂ ਰਹਿਤ ਹੋ ਗਏ ਅਤੇ ਫਿਰ ਮੁੜ ਕੇ ਦੁਆਰਾ ਉਹਨਾਂ ਦਾ ਮਰਨਾ ਨਹੀਂ ਕਹੀਏ ਥੀਆ ਹੋਵੇਗਾ, ਭਾਵ 84 ਦੇ ਗੇੜੇ ਵਿੱਚ ਭਰਮਣਾ ਨਹੀਂ ਪਵੇਗਾ। ਜਿਸ ਪ੍ਰਕਾਰ ਜਿਹੜੇ ਦਾਣੇ ਭੱਠੀ ਦੇ ਵਿੱਚ ਭੁੰਨ ਦਈਏ, ਉਹਨਾਂ ਨੂੰ ਕਿੰਨੀ ਵਾਰ ਖੇਤ ਵਿੱਚ ਬੀਜੀ ਜਾਈਏ ਹਰੇ ਨਹੀਂ ਹੁੰਦੇ। ਉਹ ਖਾਣ ਦਾ ਕੰਮ ਤਾਂ ਦਿੰਦੇ ਹਨ ਪਰ ਹਰੇ ਨਹੀਂ ਹੁੰਦੇ। ਇਸੇ ਪ੍ਰਕਾਰ ਜਿਨ੍ਹਾਂ ਨੂੰ ਗੁਰੂ ਸਾਹਿਬ ਜੀ ਦੀ ਕਿਰਪਾ ਕਰਕੇ ਹੰਗਤਾ ਛੱਡ ਦਿੱਤੀ, ਸੋ ਉਹਨਾਂ ਦਾ ਦੁਬਾਰਾ ਮਰਨਾ ਨਹੀਂ ਹੁੰਦਾ। ਉਸੇ ਦਿਨ ਜੀਵਤ ਭਾਵ ਤੋਂ ਮਰ ਗਏ ਜਦੋਂ ਹੰਗਤਾ ਛੱਡ ਦਿੱਤੀ ਸੀ। ਉਹਨਾਂ ਦਾ ਜੋ ਸਰੀਰ ਹੈ ਉਹ ਭੁੱਜੇ ਦਾਣੇ ਖਾਣ ਦੀ ਤਰ੍ਹਾਂ ਜੀਵਾਂ ਨੂੰ ਜੀ ਦਾਨ ਦੇਣ ਦਾ ਕੰਮ ਤਾਂ ਕਰੀ ਜਾਂਦਾ ਹੈ, ਨਾਮ ਪਦਾਰਥ ਵਿੱਚ ਤ੍ਰਿਪਤ ਕਰੀ ਜਾਂਦਾ ਹੈ। ਉਹ ਜਨਮ ਨਹੀਂ ਧਾਰਦੇ, ਮੁੜ ਕੇ ਜੰਮਣ ਮਰਨ ਤੋਂ ਰਹਿਤ ਹਨ। ਇਸ ਪ੍ਰਕਾਰ ਉਹਨਾਂ ਦਾ ਮਰਨਾ ਨਹੀਂ ਹੁੰਦਾ। ਸਾਈ ਕਾਰ ਕਮਾਵਣੀ ਧੁਰ ਕੀ ਫੁਰਮਾਈ। ਹੇ ਭਾਈ, ਆਪਾਂ ਨੂੰ ਉਹ ਹੀ ਕਾਰ ਕਮਾਉਣੀ ਚਾਹੀਦੀ ਆ ਜਿਹੜੀ ਧੁਰ ਤੋਂ ਹੀ ਮੁੱਢੋਂ ਮਹਾਰਾਜ ਨੇ ਭਗਤੀ ਬੰਦਗੀ ਕਰਨ ਦੀ ਫਰਮਾਈ ਕਈ ਆਗਿਆ ਕੀਤੀ ਆ। ਜੇ ਮਨ ਸਤਿਗੁਰ ਦੇ ਮਿਲੈ ਕਿਨ ਕੀਮਤ ਪਾਈ। ਜੇਕਰ ਇਹ ਜੀਵ ਸਤਿਗੁਰਾਂ ਨੂੰ ਮਨ ਦੇ ਕੇ ਮਿਲ ਪਵੇ ਤਾਂ ਫਿਰ ਇਸ ਦੀ ਕੀਮਤ ਕਿਸੇ ਨੇ ਪਾਈ ਹੈ, ਭਾਵ ਜੀਵਨ ਅਮੋਲਕ ਬਣਨੇ ਕਰਕੇ ਕਿਸੇ ਦੇ ਪਾਸੋਂ ਕੀਮਤ ਨਹੀਂ ਪਾਈ ਜਾਂਦੀ, ਕਿਉਂਕਿ ਉਹ ਪਰਮੇਸ਼ਰ ਦਾ ਰੂਪ ਹੀ ਹੋ ਜਾਂਦੇ ਆ। ਰਤਨਾ ਪਾਰਖ ਸੋ ਧਣੀ ਤਿਨ ਕੀਮਤ ਪਾਈ। ਹਾਂ, ਉਹ ਧਣੀ ਮਾਲਕ ਪਰਮੇਸ਼ਰ ਆਪ ਮਨ ਰੂਪੀ ਰਤਨਾਂ ਦਾ ਪਾਰਖ ਪਰਖ ਕਰਨ ਵਾਲਾ ਹੈ, ਸ਼ੁਭ ਗੁਣਾ ਰੂਪੀ ਰਤਨਾਂ ਦਾ ਪਾਰਖੂ ਹੈ। ਉਸ ਪਰਮੇਸ਼ਰ ਨੇ ਮਨ ਵੇਚਣ ਵਾਲੇ ਜੀਵ ਦੀ ਕੀਮਤ ਪਾ ਲਈ, ਭਾਵ ਆਪਣੇ ਸਰੂਪ ਵਿੱਚ ਹੀ ਅਭੇਦ ਕਰ ਲਿਆ। ਨਾਨਕ ਸਾਹਿਬ ਮਨ ਵਸੈ ਸੱਚੀ ਵਡਿਆਈ। ਗੁਰੂ ਸਾਹਿਬ ਜੀ ਕਥਨ ਕਰਦੇ ਹਨ ਕਿ ਜਿਨ੍ਹਾਂ ਦੇ ਸੱਚਾ ਸਾਹਿਬ ਮਾਲਕ ਪਰਮੇਸ਼ਰ ਵਾਹਿਗੁਰੂ ਮਨ ਵਿੱਚ ਵਸ ਜਾਂਦਾ, ਉਹਨਾਂ ਨੂੰ ਸੱਚੇ ਪਾਤਸ਼ਾਹ ਸੱਚੀ ਵਡਿਆਈ ਸ਼ੋਭਾ ਬਖਸ਼ ਦਿੰਦੇ ਹਨ। ਆਸਾ ਮਹੱਲਾ ਪਹਿਲਾ। ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਸਾਹਿਬ ਸ੍ਰੀ ਕਰਤਾਰਪੁਰ ਸਾਹਿਬ ਰਾਵੀ ਦੇ ਕਿਨਾਰੇ ਬੈਠੇ ਸਨ। ਬੇਅੰਤ ਸਾਧੂ ਸੰਗਤਾਂ ਪੰਡਤ ਵਿਦਵਾਨ ਆ ਕਰਕੇ ਦਰਸ਼ਨ ਕਰ ਰਹੇ ਹਨ। ਉਹਨਾਂ ਸਾਰਿਆਂ ਦੇ ਪਰਥਾਏ ਪਾਵਨ ਅੰਮ੍ਰਿਤਮਈ ਉਪਦੇਸ਼ ਉਚਾਰਦੇ ਹਨ। ਜਿਨੀ ਨਾਮ ਵਿਸਾਰਿਆ ਦੂਜੈ ਭਰਮ ਭੁਲਾਈ। ਹੇ ਭਾਈ, ਜਿਨ੍ਹਾਂ ਨੇ ਪਰਮੇਸ਼ਰ ਦੇ ਅੰਮ੍ਰਿਤ ਨਾਮ ਨੂੰ ਵਿਸਾਰਿਆ ਕਹੀਏ ਭੁਲਾ ਦਿੱਤਾ ਹੈ, ਉਹ ਦਵੈਤ ਭਾਵ ਕਰਕੇ ਦੇਵੀ ਦੇਵਤਿਆਂ ਦੇ ਭਰਮ ਵਿੱਚ ਭੁੱਲ ਰਹੇ ਹਨ। ਮੂਲ ਛੋੜ ਡਾਲੀ ਲੱਗੇ ਕਿਆ ਪਾਵਹਿ ਛਾਈ। ਜਿਵੇਂ ਕੋਈ ਮੂਲ ਮੁੱਢ ਨੂੰ ਛੱਡ ਕੇ ਤਿਆਗ ਦੇਵੇ, ਡਾਲੀ ਟਾਹਣੀਆਂ ਨਾਲ ਲੱਗ ਜਾਵੇ,
ਇਸੇ ਪ੍ਰਕਾਰ ਸਾਰਿਆਂ ਦਾ ਮੂਲ ਮੁੱਢ ਰੂਪ ਅਧਿਸ਼ਠਾਨ ਸਰੂਪ ਪਰਮੇਸ਼ਰ ਹੈ। ਉਸ ਪਰਮੇਸ਼ਰ ਨੂੰ ਛੱਡ ਕੇ ਕੀ ਕੋਈ ਸ਼ਾਈ ਸਵਾਹ ਪਾ ਲਵੇਗਾ? ਭਾਵ ਦੇਵੀ ਦੇਵਤਿਆਂ ਦੀ ਉਪਾਸਨਾ ਕਰਕੇ ਕੁਝ ਵੀ ਪ੍ਰਾਪਤ ਨਹੀਂ ਹੋਣਾ। ਲਾਹਨਤਾਂ ਰੂਪੀ ਸ਼ਾਈ ਸਵਾਹ ਹੀ ਪਾਉਣਗੇ। ਭਾਵ ਉਹਨਾਂ ਦੀ ਸੰਗਤ ਕਰਕੇ ਆਤਮਿਕ ਸ਼ਾਂਤੀ ਤਾਂ ਪ੍ਰਾਪਤ ਹੋਣੀ ਨਹੀਂ। ਬਿਨ ਨਾਵੈ ਕਿਉ ਛੂਟੀਐ ਜੇ ਜਾਣੈ ਕੋਈ। ਵਾਹਿਗੁਰੂ ਦੇ ਨਾਵੈ ਨਾਮ ਤੋਂ ਬਗੈਰ ਕਿਵੇਂ ਛੁਟਕਾਰਾ ਪਾਵਾਂਗੇ? ਭਾਵ ਨਹੀਂ ਪਾ ਸਕਾਂਗੇ। ਜੇਕਰ ਕੋਈ ਇਸ ਗੱਲ ਨੂੰ ਗੁਰਾਂ ਦੁਆਰਾ ਵਿਚਾਰ ਕੇ ਸਮਝ ਲਵੇ, ਗੁਰਮੁਖ ਹੋਏ ਤਾਂ ਛੂਟੀਐ ਮਨਮੁਖ ਪਤ ਖੋਈ ਰਹਾਉ। ਗੁਰਮੁਖ ਮੁਖੀ ਗੁਰਾਂ ਦੁਆਰਾ ਸ਼ੁਭ ਗੁਣ ਧਾਰਨ ਕਰਕੇ ਸ੍ਰੇਸ਼ਟ ਸੁਭਾਅ ਵਾਲਾ ਹੋਣਾ ਕਰੇ, ਤਦ ਜੰਮਣ ਮਰਨ ਤੋਂ ਛੁਟਕਾਰਾ ਹੁੰਦਾ ਹੈ। ਜਿਹੜੇ ਮਨਮੁਖ ਮਨ ਦੇ ਆਖੇ ਲੱਗਣ ਵਾਲੇ ਹਨ, ਉਹਨਾਂ ਨੇ ਆਪਣੀ ਲੋਕ ਪਰਲੋਕ ਵਿੱਚ ਪਤ ਇੱਜ਼ਤ ਖੋਈ ਗਵਾ ਲਈ ਹੈ। ਰਹਾਉ ਵਿਸਰਾਮ ਦੇ ਕੇ ਕਹਿੰਦੇ ਹਨ, ਜਿਨੀ ਏਕੋ ਸੇਵਿਆ ਪੂਰੀ ਮਤ ਭਾਈ। ਹੇ ਭਾਈ, ਜਿਨ੍ਹਾਂ ਨੇ ਉਸ ਇੱਕ ਵਾਹਿਗੁਰੂ ਦੇ ਨਾਮ ਦਾ ਹੀ ਸੇਵਿਆ ਪੂਜਨ ਕੀਤਾ ਹੈ, ਉਹਨਾਂ ਦੀ ਪੂਰੀ ਪੂਰਨ ਮਤ ਬੁੱਧੀ ਹੈ। ਆਦ ਜੁਗਾਦ ਨਿਰੰਜਨਾ ਜਨ ਹਰ ਸਰਣਾਈ। ਜੋ ਆਦ ਜੁਗਾਦ ਆਦ ਕਾਲ ਤੋਂ ਮੁੱਢ ਕਦੀਮਾ ਤੋਂ ਨਿਰੰਜਨਾ ਮਾਇਆ ਮਲ ਤੋਂ ਰਹਿਤ ਸ਼ੁੱਧ ਸਰੂਪ ਪਰਮੇਸ਼ਰ ਹੈ। ਜਿਹੜੇ ਭਗਤ ਜਨ ਉਸ ਹਰੀ ਵਾਹਿਗੁਰੂ ਦੀ ਸਰਣਾਈ ਓਟ ਵਿੱਚ ਪਏ ਹਨ, ਭਾਵ ਜਿਨ੍ਹਾਂ ਨੇ ਉਸ ਦੀ ਸ਼ਰਨ ਗ੍ਰਹਿਣ ਕੀਤੀ ਹੈ, ਉਹ ਕਹਿੰਦੇ ਹਨ, ਸਾਹਿਬ ਮੇਰਾ ਏਕ ਹੈ ਅਵਰ ਨਹੀਂ ਭਾਈ। ਉਹ ਕਹਿੰਦੇ ਹਨ ਕਿ ਸਾਡਾ ਤਾਂ ਇੱਕੋ ਹੀ ਵਾਹਿਗੁਰੂ ਸਾਹਿਬ ਮਾਲਕ ਪਰਮੇਸ਼ਰ ਹੈ। ਹੇ ਭਾਈ ਭਰਾਵੋ, ਉਸ ਵਾਹਿਗੁਰੂ ਤੋਂ ਬਗੈਰ ਮੇਰੇ ਹਿਰਦੇ ਵਿੱਚ ਹੋਰ ਕੋਈ ਨਹੀਂ ਹੈ। ਕਿਰਪਾ ਤੇ ਸੁਖ ਪਾਇਆ ਸਾਚੇ ਪਰਥਾਈ। ਸੱਚੇ ਪਰਮੇਸ਼ਰ ਦੀ ਪ੍ਰਾਪਤੀ ਦੇ ਪਰਥਾਈ ਸਬੱਬ ਕਰਕੇ ਅਤੇ ਗੁਰਾਂ ਦੀ ਕਿਰਪਾ ਮਿਹਰ ਤੋਂ ਹੀ ਪ੍ਰਭੂ ਪ੍ਰਾਪਤੀ ਦਾ ਸੁਖ ਪਾਉਣਾ ਕੀਤਾ ਹੈ। ਸੱਚੇ ਗੁਰਾਂ ਦੀ ਕਿਰਪਾ ਮਿਹਰ ਤੇ ਪਰਥਾਈ ਸਬੱਬ ਕਰਕੇ ਜੋ ਸਾਰਿਆਂ ਤੋਂ ਪੂਰਾ ਰੂਪ ਬ੍ਰਹਮ ਹੈ, ਉਸ ਦੇ ਸਰੂਪ ਰੂਪੀ ਥਾਂ ਨੂੰ ਪ੍ਰਾਪਤ ਕਰਕੇ ਆਤਮਿਕ ਸੁਖ ਪਾਉਣਾ ਕੀਤਾ ਹੈ। ਗੁਰ ਬਿਨ ਕਿਨੈ ਨ ਪਾਇਓ ਕੀਤੀ ਕਹਿ ਕਹਾਏ। ਪਰ ਸਤਿਗੁਰੂ ਸਾਹਿਬ ਜੀ ਤੋਂ ਬਗੈਰ ਸੱਚੇ ਦੀ ਪ੍ਰਾਪਤੀ ਨੂੰ ਕਿਸੇ ਨੇ ਵੀ ਨਹੀਂ ਪਾਉਣਾ ਕੀਤਾ। ਕਿਤਨੇ ਆਪ ਹੀ ਕਹਿੰਦੇ ਹਨ ਕਿ ਅਸੀਂ ਅਹੰ ਬ੍ਰਹਮ ਅਸਮੀ ਰੂਪ ਹਾਂ। ਚੇਲਿਆਂ ਨੂੰ ਸੀਤ ਪ੍ਰਸਾਦ ਖਵਾ ਕੇ ਕਹਾਉਂਦੇ ਹਨ ਕਿ ਸਾਡੇ ਸੰਤ ਬਦੇਹ ਮੁਕਤ ਹਨ। ਇਉਂ ਕਹਿਣ ਕਹਾਉਣ ਵਾਲੇ ਕਿੰਨੇ ਹੀ ਹਨ, ਪਰ ਗੁਰਾਂ ਤੋਂ ਬਿਨਾਂ ਕਿਸੇ ਨੇ ਵੀ ਵਾਹਿਗੁਰੂ ਨੂੰ ਨਹੀਂ ਪਾਇਆ। ਆਪ ਦਿਖਾਵੈ ਵਾਟੜੀ ਸੱਚੀ ਭਗਤ ਦਿਰੜਾਏ। ਜਿਨ੍ਹਾਂ ਨੂੰ ਆਪ ਅਕਾਲ ਪੁਰਖ ਸਤਿਗੁਰਾਂ ਦੁਆਰਾ ਭਗਤੀ ਰੂਪੀ ਵਾਟੜੀ ਰਸਤਾ ਦਿਖਾਉਂਦਾ ਹੈ, ਉਹਨਾਂ ਨੂੰ ਗੁਰੂ ਸਾਹਿਬ ਜੀ ਸੱਚੀ ਵਡਿਆਈ ਵਾਲੀ ਭਗਤੀ ਦਿਰੜਾਏ ਕਹੀਏ ਪੱਕੀ ਕਰਾਉਂਦੇ ਹਨ। ਮਨਮੁਖ ਜੇ ਸਮਝਾਈਐ ਭੀ ਉਜੜ ਜਾਏ। ਹਾਂ, ਜੇਕਰ ਮਨਮੁਖ ਪੁਰਖਾਂ ਨੂੰ ਵੇਦਾਂ ਸ਼ਾਸਤਰਾਂ ਮਹਾਂਵਾਕਾਂ ਦੁਆਰਾ ਸਮਝਾਉਣਾ ਵੀ ਕਰੀਏ ਤਾਂ ਵੀ ਉਹ ਸੰਸਾਰ ਰੂਪੀ ਉਜਾੜ ਵੱਲ ਹੀ ਜਾਂਦੇ ਆ। ਮਨਮੁਖ 84 ਲੱਖ ਜੂਨਾਂ ਦੇ ਚੱਕਰ ਵਿੱਚ ਤੁਰੇ ਜਾਂਦੇ ਹਨ। ਉਜੜ ਕੀਏ ਅਜਿਹੀ ਰੋਹੀ ਜਿਸ ਵਿੱਚ ਰਸਤੇ ਦਾ ਕੋਈ ਥੋ ਪਤਾ ਨਾ ਲੱਭੇ, ਆਵਾ ਗਮਨ ਵਿੱਚ ਭੇਜੇ ਜਾਂਦੇ ਆ। ਬਿਨ ਹਰ ਨਾਮ ਨ ਛੂਟ ਸੀ ਮਰ ਨਰਕ ਸਮਾਏ। ਹਰੀ ਵਾਹਿਗੁਰੂ ਦੇ ਨਾਮ ਤੋਂ ਬਗੈਰ ਨਾ ਕੋਈ ਪਿੱਛੇ ਛੁੱਟਿਆ ਹੈ, ਨਾ ਹੀ ਹੁਣ ਕੋਈ ਛੁੱਟ ਸਕਦਾ ਹੈ, ਨਾ ਹੀ ਅੱਗੇ ਨੂੰ ਕੋਈ ਮੁਕਤ ਹੋ ਸਕੇਗਾ। ਐਸੇ ਮਨਮੁਖ ਪੁਰਖ ਮਰ ਕਰਕੇ ਕਰਮਾਂ ਦਾ ਫਲ ਭੋਗਣ ਲਈ ਨਰਕਾਂ ਵਿੱਚ ਸਮਾਉਣਾ ਕਰਦੇ ਹਨ। ਜਨਮ ਮਰੈ ਭਰਮਾਈਐ ਹਰ ਨਾਮ ਨ ਲੇਵੈ। ਫਿਰ ਨਰਕਾਂ ਵਿੱਚੋਂ ਕੱਢ ਕੇ ਜਨਮ ਮਰੈ ਜੰਮਣ ਮਰਨ ਭਾਵ ਜੂਨਾਂ ਵਿੱਚ ਭਰਮਾਏ ਜਾਣਗੇ, ਕਿਉਂਕਿ ਉਹ ਜੋ ਹਰੀ ਵਾਹਿਗੁਰੂ ਦਾ ਅੰਮ੍ਰਿਤ ਨਾਮ ਨਹੀਂ ਲੈਂਦੇ, ਉਹਨਾਂ ਨੂੰ ਜੰਮਣ ਮਰਨ ਦੇ ਚੱਕਰਾਂ ਵਿੱਚ ਭਰਮਾਇਆ ਜਾਂਦਾ ਹੈ। ਜਿਹੜੇ ਪਰਮੇਸ਼ਰ ਦਾ ਅੰਮ੍ਰਿਤ ਨਾਮ ਨਹੀਂ ਲੈਂਦੇ, ਭਾਵ ਨਹੀਂ ਜਪਦੇ,
ताकि कीमत ना पवै बिन गुर की सेवै। सतगुरु साहिब जी की सेवा टहल करे तो बगैर ताकि उस परमेश्वर की प्राप्ति रूप कीमत नहीं पैंदी। वाहिगुरु का प्राप्ति रूप कीमत मुੱਲ किसी पासों नहीं पै सकता। जेही सेव कराई है करनी पी साई। ਜਿਹੋ ਜਿਹੀ ਸੇਵ ਟਹਿਲ ਕਿਸੇ ਤੋਂ ਕਰਮਾਂ ਅਨੁਸਾਰ ਕਰਾਈ ਹੈ, ਜੀਵਾਂ ਨੇ ਸਾਈ ਉਹੋ ਜਿਹੀ ਬੌੜੋ ਕਰਨੀ ਕੀਤੀ ਆ। ਜਿਹੋ ਜਿਹੀ ਜੀਵਾਂ ਦੀ ਵਾਸ਼ਨਾ ਹੈ, ਉਹੋ ਜਿਹੀ ਗੁਰਾਂ ਦੀ ਸੇਵਾ ਕਰਾਉਣਾ ਕੀਤੀ ਹੈ। ਉਹੋ ਜਿਹੀ ਕਰਨੀ ਕਮਾਈ ਵੀ ਬੌੜੋ ਕਈਏ ਪ੍ਰਗਟ ਹੋਈ ਹੈ। ਆਪ ਕਰੇ ਕਿਸ ਆਖੀਐ ਵੇਖੈ ਵਡਿਆਈ। हे परमेश्वर तू आप ही जगत की पालना उत्पत्ति लैता करदा है, किसनू जाके कहना करिए। तू अपनी वडियाई इच्छा अनुसार जीवां दे कीते हुए कर्मां नू वेख रहा है। हे परमेश्वर जीवां दी करनी अनुसार उन्हां नू वडियाई दे के बख्शदा है। गुर की सेवा सो करे जिस आप कराए। ਉਹ ਪੁਰਖ ਸਤਿਗੁਰਾਂ ਦੀ ਸੇਵਾ ਟਹਿਲ ਕਰ ਸਕਦਾ ਹੈ, ਜਿਸ ਪਾਸੋਂ ਸਤਿਗੁਰੂ ਸਾਹਿਬ ਪੂਰਬਲੇ ਨਿਸ਼ਕਾਮ ਕਰਮਾਂ ਦਾ ਪ੍ਰੇਰਿਆ ਹੋਇਆ ਆਪ ਕਰਾ ਲਵੇ। ਨਾਨਕ ਸਿਰ ਦੇ ਛੂਟੀਐ ਦਰਗਹਿ ਪਤ ਪਾਏ। ਸਤਿਗੁਰੂ ਜੀ ਕਥਨ ਕਰਦੇ ਹਨ ਕਿ ਪਰਮੇਸ਼ਰ ਦੇ ਅੱਗੇ ਹੰਕਾਰ ਰੂਪੀ ਸੀਸ ਦੀ ਭੇਟਾ ਦੇ ਕੇ ਛੁਟਕਾਰਾ ਪਾਈਦਾ ਹੈ ਅਤੇ ਉਸ ਦੀ ਦਰਗਹਿ ਨਿਆਏ ਸਭਾ ਵਿੱਚ ਪਤ ਇੱਜ਼ਤ ਪਾਈ ਦੀ ਹੈ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।